हाँ जी, तो साडा अगला सवाल तुहाडी स्क्रीन ते वरतां दीयां किस्मां हन। नीचे ऑप्शनां दित्तियां गईयां ने ते उस तो नीचे विकल्प ने जिन्हां विचों सही विकल्प चुनना होवेगा। इन्हां विचों ऑप्शन नंबर 1 बिल्कुल सही है, जिस दे आधार ते अहोई, एकादशी ਅਤੇ ਚੰਦਰਾਇਣ ਵਰਤਾਂ ਦੀਆਂ ਕਿਸਮਾਂ ਹਨ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ ਤੇ ਕਥਨ ਤੇ ਕਾਰਨ ਵਾਲਾ। ਪਹਿਲਾਂ ਅਸੀਂ ਕਥਨ ਪੜਾਂਗੇ। ਮਨੁੱਖ ਜਨਮ ਅਤੇ ਆਸਤਕਤਾ ਦੇ ਬਾਅਦ ਭਗਤੀ ਦੀ ਪ੍ਰਕਿਰਿਆ ਦਾ ਆਰੰਭ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਭਗਤੀ ਦੀ ਪ੍ਰਮੁੱਖ ਭਾਵਨਾ ਪ੍ਰੇਮ ਹੈ। ਕਿਸੇ ਰਹੱਸਵਾਦੀ ਲਈ ਪ੍ਰੇਮ ਪਹਿਲੀ ਆਵਸ਼ਕਤਾ ਹੈ ਤੇ ਇਹਦਾ ਕਾਰਨ ਗੁਰਮਤ ਭਗਤੀ ਸੰਸਾਰ ਨੂੰ ਵਿਹਾਰਿਕ ਤੇ ਸੱਚ ਮੰਨ ਕੇ ਅਤੇ ਅੰਤਿਮ ਸੱਚ ਪਰਮਾਤਮਾ ਨੂੰ ਮੰਨ ਕੇ ਸੰਸਾਰ ਵਿੱਚ ਕਮਲ ਦੇ ਜਲ ਵਿੱਚ ਸਥਿਤ ਹੋਣ ਵਾਂਗ ਰਹਿਣ ਦੀ ਮਾਨਤਾ ਸਥਾਪਿਤ ਕਰਦਾ ਹੈ। ਨੀਚੇ ਵਿਕਲਪ ਦਿੱਤੇ ਗਏ ਨੇ। ਇਹਨਾਂ ਵਿਕਲਪਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਕਥਨ ਅਤੇ ਕਾਰਨ ਦੋਵੇਂ ਸਹੀ ਹਨ। ਸਾਡਾ ਅਗਲਾ ਸਵਾਲ ਵੀ ਕਥਨ ਤੇ ਕਾਰਨ ਵਾਲਾ ਹੈ। ਪਹਿਲਾਂ ਕਥਨ ਪੜ੍ਹਦੇ ਹਾਂ। ਕਹਾਣੀ ਦਾ ਇਤਿਹਾਸ ਲਿਖਣ ਲਈ ਬੁਨਿਆਦੀ ਸਮੱਸਿਆ ਇਤਿਹਾਸ ਵਿੱਚ ਆਸਥਾ ਦੀ ਹੈ। ਕੁਝ ਵਿਦਵਾਨ ਕਹਾਣੀ ਨੂੰ ਇਤਿਹਾਸ ਮੁਕਤ, ਸੁਤੰਤਰ ਅਤੇ ਸਦੀਵੀ ਹੋਂਦ ਪ੍ਰਦਾਨ ਕਰਦੇ ਹਨ ਅਤੇ ਕਹਾਣੀ ਦੀ ਰੂਪ ਰਚਨਾ ਦੇ ਅਧਿਐਨ ਵੱਲ ਰੁਚਿਤ ਹੁੰਦੇ ਹਨ। ਹੁਣ ਇਸ ਦਾ ਕਾਰਨ ਪੜ੍ਹਦੇ ਹਾਂ। ਪਰ ਕਹਾਣੀ ਦੀ ਸਿਰਜਣ ਪ੍ਰਕਿਰਿਆ ਦਾ ਵਿਸ਼ਲੇਸ਼ਣ ਕੀਤਿਆਂ ਸਪਸ਼ਟ ਹੋ ਜਾਂਦਾ ਹੈ ਕਿ ਹਰੇਕ ਕਹਾਣੀ ਦਾ ਲਿਖਤੀ ਰੂਪ ਸੁਤੰਤਰ ਤੇ ਸਦੀਵੀ ਹੋਣ ਦਾ ਧਾਰਨੀ ਹੋਣ ਦੇ ਬਾਵਜੂਦ ਵੀ ਆਪਣਾ ਇੱਕ ਇਤਿਹਾਸ ਰੱਖਦਾ ਹੈ। ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿ ਇਹ ਦੋਵੇਂ ਕਥਨ ਹੀ ਹਨ। ਪਹਿਲਾ ਕਥਨ ਹੈ, ਦੂਜਾ ਵੀ ਕਥਨ ਹੈ ਤੇ ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਕਥਨ 1 ਤੇ ਕਥਨ 2 ਬਿਲਕੁਲ ਹੀ ਸਹੀ ਹਨ। ਸਾਡਾ ਅਗਲਾ ਸਵਾਲ, ਜੋਗਿੰਦਰ ਸਿੰਘ ਰਾਹੀ ਅਨੁਸਾਰ ਵਿਡੰਬਨਾ ਤੋਂ ਕੀ ਭਾਵ ਹੈ? ਆਪਸ਼ਨਾਂ ਦਿੱਤੀਆਂ ਗਈਆਂ ਨੇ ਨੀਚੇ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 4 ਬਿਲਕੁਲ ਸਹੀ ਹੈ, ਜਿਸ ਦੇ ਅਨੁਸਾਰ ਜੋਗਿੰਦਰ ਸਿੰਘ ਰਾਹੀ ਅਨੁਸਾਰ ਵਿਡੰਬਨਾ ਤੋਂ ਭਾਵ ਸੁਪਨੇ ਅਤੇ ਹਕੀਕਤ ਵਿੱਚ ਦਾ ਫਰਕ। ਸਾਡਾ ਅਗਲਾ ਸਵਾਲ ਮਿਲਾਣ ਚਿੰਨ੍ਹ ਵਾਲਾ ਹੈ, ਜਿਸ ਦੇ ਵਿੱਚ 2 ਸੂਚੀਆਂ ਦਿੱਤੀਆਂ ਨੇ। ਪਹਿਲੀ ਸੂਚੀ ਦੇ ਵਿੱਚ ਲੇਖਕਾਂ ਦੇ ਨਾਂ ਹਨ, ਦੂਜੀ ਸੂਚੀ ਵਿੱਚ ਉਹਨਾਂ ਦੀਆਂ ਰਚਨਾਵਾਂ ਦੇ, ਜਿਨ੍ਹਾਂ ਦਾ ਮਿਲਾਣ ਚਿੰਨ੍ਹ ਕਰਨਾ ਹੋਵੇਗਾ। ਨੀਚੇ ਵਿਕਲਪ ਦਿੱਤੇ ਗਏ ਨੇ, ਜਿਨ੍ਹਾਂ ਵਿਕਲਪਾਂ ਦੇ ਆਧਾਰ 'ਤੇ ਸਾਨੂੰ ਸਹੀ ਉੱਤਰ ਦੀ ਤਲਾਸ਼ ਕਰਨੀ ਹੋਵੇਗੀ। ਇਹਨਾਂ ਵਿੱਚੋਂ ਵਿਕਲਪ ਨੰਬਰ 1 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਅੰਮ੍ਰਿਤਾ ਪ੍ਰੀਤਮ ਦੀ ਕਿਤਾਬ ਪੰਜਾਬ ਦੀ ਆਵਾਜ਼, ਸੁਰਿੰਦਰ ਸਿੰਘ ਕੋਹਲੀ ਪੰਜਾਬ ਦੇ ਲੋਕ ਗੀਤ, ਮਹਿੰਦਰ ਸਿੰਘ ਰੰਧਾਵਾ ਹਰਿਆਣੇ ਦੇ ਲੋਕ ਗੀਤ, ਸੁਖਦੇਵ ਮਾਧਪੁਰੀ ਗਾਉਂਦਾ ਪੰਜਾਬ। ਅਤੇ ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ, ਜਿਹੜਾ ਤੁਸੀਂ ਇਹ ਸਵਾਲ ਦੇਖ ਰਹੇ ਹੋ, ਇਹ ਵੀ NTA NET ਵੱਲੋਂ ਗਲਤ ਪੁੱਟ ਕੀਤਾ ਗਿਆ ਸੀ, ਜਿਸ ਦੇ ਕਿ ਬੱਚਿਆਂ ਨੂੰ ਗ੍ਰੇਡ ਦੇ ਦਿੱਤੀ ਗਈ ਸੀ। ਪਰ ਇਸ ਸਵਾਲ ਦਾ ਅਸੀਂ ਤੁਹਾਨੂੰ ਅਸਲ ਜਵਾਬ ਦੇ ਦਿੰਦੇ ਹਾਂ, ਜਿਸ ਅਨੁਸਾਰ ਰਾਣੇ ਕੈਲਾਸ਼ ਤਥਾ ਮਾਲਦੇਵ ਕੀ ਧੁਨੀ, ਇਹ ਵਾਰ ਜਿਹੜੀ ਕਿ ਮਲਾਰ ਦੀ ਵਾਰ ਨਾਲ ਸੰਬੰਧਿਤ ਹੈ। ਮਲਾਰ ਦੀ ਵਾਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਾਰ ਹੈ। ਗੁਰੂ ਨਾਨਕ ਦੇਵ ਜੀ ਨੇ 3 ਵਾਰਾਂ ਲਿਖੀਆਂ, ਆਸਾ, ਮਾਝ
ਤੇ ਮਲਾਰ। ਤੇ ਅਗਲਾ ਸਵਾਲ ਤੁਹਾਡੀ ਸਕਰੀਨ ਤੇ, ਇਸ਼ਕ ਦੀ ਨਮਾਜ਼ ਪੜ੍ਹਨ ਦਾ ਵਿਚਾਰ ਕਿਹੜੇ ਸੂਫੀ ਕਵੀ ਦਾ ਹੈ? ਇੱਥੇ ਵੀ 2 ਆਪਸ਼ਨਾਂ ਦੇ ਵਿੱਚ ਗੜਬੜੀ ਸੀ ਅਤੇ NTA ਨੈੱਟ ਵੱਲੋਂ 2 ਆਪਸ਼ਨਾਂ ਨੂੰ ਮਾਨਤਾ ਪ੍ਰਾਪਤ ਦੇ ਦਿੱਤੀ ਗਈ ਕਿ ਜਿਨ੍ਹਾਂ ਨੇ ਇਹਨਾਂ 4 ਆਪਸ਼ਨਾਂ ਵਿੱਚੋਂ ਉਹ 2 ਆਪਸ਼ਨਾਂ ਚੁਣੀਆਂ ਹਨ ਜਿਹੜੀਆਂ ਸਹੀ ਨੇ, ਉਹਨਾਂ ਨੂੰ ਨੰਬਰ ਦੇ ਦਿੱਤੇ ਗਏ ਸੀ। ਇਹਨਾਂ ਵਿੱਚੋਂ ਆਪਸ਼ਨ ਨੰਬਰ 2 ਅਤੇ 3 ਬਿਲਕੁਲ ਸਹੀ ਉੱਤਰ ਨੇ, ਜਿਸ ਅਨੁਸਾਰ ਇਸ਼ਕ ਦੀ ਨਮਾਜ਼ ਪੜ੍ਹਨ ਦਾ ਵਿਚਾਰ ਬੁੱਲੇ ਸ਼ਾਹ ਅਤੇ ਸੁਲਤਾਨ ਬਾਹੂ ਸੂਫੀ ਕਵੀ ਦਾ ਹੈ। ਸਾਡਾ ਅਗਲਾ ਸਵਾਲ, ਰਾਜਾ ਰਸਾਲੂ ਕਿੱਸਾ ਲਿਖਣ ਵਾਲਾ ਕਿੱਸਾਕਾਰ ਹੈ? ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਹਨ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 4 ਬਿਲਕੁਲ ਸਹੀ ਹੈ, ਜਿਸ ਅਨੁਸਾਰ ਕਿਸ਼ਨ ਸਿੰਘ ਆਰਿਫ ਰਾਜਾ ਰਸਾਲੂ ਕਿੱਸਾ ਲਿਖਣ ਵਾਲਾ ਕਿੱਸਾਕਾਰ ਹੈ। ਤੇ ਅਗਲਾ ਸਵਾਲ ਤੁਹਾਡੀ ਸਕਰੀਨ ਤੇ, ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਨੀਚੇ 4 ਕਥਨ ਦਿੱਤੇ ਗਏ ਹਨ ਅਤੇ ਉਹਦੇ ਨੀਚੇ ਵਿਕਲਪ ਦਿੱਤੇ ਗਏ ਹਨ। ਪਹਿਲਾਂ ਆਪਾਂ ਕਥਨ ਪੜ੍ਹਦੇ ਹਾਂ। ਕਥਨ A, ਨਾਵਲ ਅਬੋਧ ਦੀ ਸਥਿਤੀ ਤੋਂ ਅਨੁਭਵ ਦੀ ਸਥਿਤੀ ਤੱਕ ਦੇ ਪੱਖ ਦਾ ਸਿਰਜਣ ਕਰਦਾ ਹੈ। ਆਪਸ਼ਨ B, ਨਾਵਲ ਦਾ ਪ੍ਰਧਾਨ ਪਾਤਰ ਅਕਸਰ ਭ੍ਰਾਂਤੀ ਟੁੱਟਣ ਦੀ ਪ੍ਰਕਿਰਿਆ ਵਿੱਚੋਂ ਲੰਘਦਾ ਹੈ। ਆਪਸ਼ਨ C, ਨਾਵਲ ਇੱਕ ਅਜਿਹੀ ਕਲਾਕ੍ਰਿਤੀ ਹੈ ਜਿਸ ਦੇ ਨਿਯਮ ਰੋਜ਼ ਮਰਰਾ ਦੇ ਜੀਵਨ ਵਰਗੇ ਹੁੰਦੇ ਹਨ। ਆਪਸ਼ਨ D, ਨਾਵਲ ਸੰਗਠਨ ਦੀ ਹੋਂਦ ਖੁਦ ਮੁਖਤਾਰ ਨਹੀਂ ਹੁੰਦੀ ਹੈ। ਹੁਣ ਨੀਚੇ ਵਿਕਲਪਾਂ ਦੇ ਵਿੱਚੋਂ ਸਾਨੂੰ ਸਹੀ ਵਿਕਲਪ ਚੁਣਨਾ ਹੋਵੇਗਾ। ਇਹਨਾਂ ਵਿੱਚੋਂ ਵਿਕਲਪ ਨੰਬਰ 2 ਬਿਲਕੁਲ ਸਹੀ ਹੈ, ਜਿਸ ਅਨੁਸਾਰ ਆਪਸ਼ਨ A ਅਤੇ B ਕਥਨ ਬਿਲਕੁਲ ਸਹੀ ਨੇ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ ਤੇ, ਅੰਮ੍ਰਿਤਾ ਪ੍ਰੀਤਮ ਕਾਵਿ ਦੀਆਂ ਮੁੱਖ ਪ੍ਰਵਿਰਤੀਆਂ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਨੇ ਅਤੇ ਅੱਗੇ ਵਿਕਲਪ ਨੇ। ਇਹਨਾਂ ਵਿਕਲਪਾਂ ਦੇ ਵਿੱਚੋਂ ਵਿਕਲਪ ਨੰਬਰ 2 ਬਿਲਕੁਲ ਸਹੀ ਹੈ, A ਅਤੇ B, ਜਿਸ ਅਨੁਸਾਰ ਦੇਸ਼ ਵੰਡ, ਲੋਕ ਪੀੜ, ਨਾਰੀਗਤ ਬਿੰਬ, ਅਮਨ ਲਹਿਰ ਅੰਮ੍ਰਿਤਾ ਪ੍ਰੀਤਮ ਕਾਵਿ ਦੀਆਂ ਜਿਹੜੀਆਂ ਕਿ ਮੁੱਖ ਪ੍ਰਵਿਰਤੀਆਂ ਹਨ। ਉਸ ਤੋਂ ਅਗਲਾ ਸਵਾਲ, ਪੰਜਾਬੀ ਦੇ ਗੈਰ ਸਥਾਨਕ ਕਿੱਸਿਆਂ ਦਾ ਸਹੀ ਵਰਗ। 4 ਆਪਸ਼ਨਾਂ ਦੇ ਵਿੱਚ ਕਿੱਸੇ ਦਿੱਤੇ ਗਏ ਹਨ। ਇਹਨਾਂ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਹੈ, ਜਿਸ ਅਨੁਸਾਰ ਯੂਸਫ, ਜ਼ੁਲੈਖਾਂ, ਸ਼ਾਹ, ਬਹਿਰਾਮ 2 ਅਜਿਹੇ ਕਿੱਸੇ ਹਨ ਜਿਹੜੇ ਪੰਜਾਬੀ ਦੇ ਗੈਰ ਸਥਾਨਕ ਕਿੱਸਿਆਂ ਦਾ ਸਹੀ ਵਰਗ ਹੈ। ਅਗਲਾ ਸਵਾਲ, ਪੰਜਾਬੀ ਵਾਰਤਕ ਰੂਪਾਂ ਦੇ ਉਦਭਵ ਦਾ ਕਾਲਕ੍ਰਮ। ਨੀਚੇ ਵਾਰਤਕ ਰੂਪ ਦਿੱਤੇ ਗਏ ਹਨ ਅਤੇ ਉਸ ਤੋਂ ਨੀਚੇ ਵਿਕਲਪ। ਇਹਨਾਂ ਵਿਕਲਪਾਂ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਪੰਜਾਬੀ ਵਾਰਤਕ ਰੂਪਾਂ ਦੇ ਉਦਭਵ ਦਾ ਕਾਲਕ੍ਰਮ ਜੋ ਬਣਦਾ ਹੈ ਉਹ ਜਨਮ ਸਾਖੀ, ਰਹਿਤਨਾਮੇ, ਨਿਬੰਧ, ਜੀਵਨੀ ਅਤੇ ਉਸ ਤੋਂ ਬਾਅਦ ਰੇਖਾ ਚਿੱਤਰ ਆਉਂਦਾ ਹੈ। ਅਗਲਾ ਸਵਾਲ ਤੁਹਾਡੀ ਸਕਰੀਨ 'ਤੇ, ਇਹ ਸਵਾਲ ਸੂਚੀ ਵਾਲਾ ਹੈ, ਜਿਸ ਦੇ ਵਿੱਚ ਕਿ 2 ਸੂਚੀਆਂ ਦਿੱਤੀਆਂ ਗਈਆਂ ਹਨ। ਪਹਿਲੀ ਸੂਚੀ ਦੇ ਵਿੱਚ ਕਿਤਾਬਾਂ ਅਤੇ ਦੂਜੀ ਸੂਚੀ ਦੇ ਵਿੱਚ ਉਹਨਾਂ ਦੇ ਰਚਣਹਾਰਿਆਂ ਦੇ ਨਾਮ ਹਨ ਅਤੇ ਨੀਚੇ ਵਿਕਲਪ ਦਿੱਤੇ ਗਏ ਹਨ। ਇਹਨਾਂ ਵਿਕਲਪਾਂ ਦੇ ਵਿੱਚੋਂ ਵਿਕਲਪ ਨੰਬਰ 3 ਬਿਲਕੁਲ ਸਹੀ ਹੈ, ਜਿਸ ਅਨੁਸਾਰ ਪੰਜਾਬੀ ਸੂਫੀ ਕਾਵਿ ਕੋਸ਼ ਇਹ ਪੁਸਤਕ ਜੋ ਹੈ ਗੁਰਸ਼ਰਨ ਕੌਰ ਜੱਗੀ, ਸੂਫੀ ਮਤ ਸਿਲਸਿਲੇ ਅਤੇ ਸਾਧਕ ਇਹ ਕਿਤਾਬ ਸੰਬੰਧ ਰੱਖਦੀ ਹੈ ਗੁਲਜ਼ਾਰ ਸਿੰਘ ਕੰਗ ਨਾਲ। ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਾਣੀਆਂ, ਤਰਤੀਬ ਅਤੇ ਬਣਤਰ ਸ਼ਮਸ਼ੇਰ ਸਿੰਘ ਧਨੋਆ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ ਕਲਾ ਮਹਿੰਦਰ ਕੌਰ ਗਿੱਲ। ਅਤੇ ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ, ਬੁੱਲੇ ਸ਼ਾਹ ਦੀ ਰਚਨਾ ਦੇ ਮੁੱਖ ਰੂਪਾਕਾਰ ਹਨ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਹਨ।
ਇਹਨਾਂ ਆਪਸ਼ਨਾਂ ਦੇ ਵਿੱਚ ਵੀ ਥੋੜ੍ਹੀ ਗੜਬੜੀ ਸੀ, ਜਿਸ ਦੇ ਆਧਾਰ 'ਤੇ ਇਸ ਸਵਾਲ ਦੇ ਵੀ ਨੰਬਰ ਗ੍ਰੇਡ ਵਜੋਂ ਦੇ ਦਿੱਤੇ ਗਏ ਸੀ। ਪਰ ਆਪਾਂ ਇੱਥੇ ਤੁਹਾਨੂੰ ਬੁੱਲੇ ਸ਼ਾਹ ਦੀਆਂ ਰਚਨਾ ਬਾਰੇ ਅਤੇ ਉਹਨਾਂ ਦੇ ਜਿਹੜੇ ਕਿ ਮੁੱਖ ਰੂਪਾਕਾਰ ਨੇ ਉਹਨਾਂ ਬਾਰੇ ਦੱਸ ਦਿੰਦੇ ਹਾਂ। ਬੁੱਲੇ ਸ਼ਾਹ ਦੀ ਰਚਨਾ ਦੇ ਮੁੱਖ ਰੂਪਾਕਾਰ ਕਾਫੀ, 12ਮਾਹ, ਦੋਹੜੇ, ਅਠਵਾਰਾ, ਸਤਵਾਰਾ, ਗੰਢਾਂ, ਸ਼ਿਅਰਫੀ ਹਨ। ਸੋ ਸਾਡਾ ਅਗਲਾ ਸਵਾਲ ਸੂਚੀ ਵਾਲਾ ਹੈ। ਸੂਚੀ 1 ਦੇ ਵਿੱਚ ਕਨਸੈਪਟ ਦਿੱਤੇ ਗਏ ਨੇ ਅਤੇ ਸੂਚੀ 2 ਦੇ ਵਿੱਚ ਉਹਨਾਂ ਨਾਲ ਸੰਬੰਧਿਤ ਕੁਛ ਗੱਲਾਂ ਨੇ ਜੋ ਉਹਨਾਂ ਦਾ ਭਾਵ ਪ੍ਰਗਟ ਕਰਦੀਆਂ ਨੇ ਅਤੇ ਨੀਚੇ ਵਿਕਲਪ ਦਿੱਤੇ ਗਏ ਨੇ। ਇਹਨਾਂ ਵਿਕਲਪਾਂ ਦੇ ਵਿੱਚੋਂ ਆਪਸ਼ਨ ਨੰਬਰ ਜਾਂ ਕਹਿ ਲਓ ਵਿਕਲਪ ਨੰਬਰ 3 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਸਧਾਰਨੀਕਰਨ, ਸੁਹਿਰਦ ਦੀ ਅਭੇਦਤਾ, ਸ਼ਬਦ ਸ਼ਕਤੀ, ਅਭਿਦਾ ਲਕਸ਼ਣਾ ਵਿਅੰਜਨਾ, ਵਿਰੇਚਨ, ਦਇਆ ਅਤੇ ਡਰ ਦਾ ਨਿਕਾਸ, ਰੂਪਕ, ਉਪਮਾਨ ਅਤੇ ਉਪਮੇय ਦੀ ਇੱਕ ਮਿਕਤਾ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ। ਇਹ ਸਵਾਲ ਵੀ ਸੂਚੀ ਵਾਲਾ ਹੈ। ਪਹਿਲੀ ਸੂਚੀ ਦੇ ਵਿੱਚ ਕਨਸੈਪਟ ਦਿੱਤੇ ਗਏ ਨੇ ਅਤੇ ਦੂਜੀ ਸੂਚੀ ਵਿੱਚ ਉਹਨਾਂ ਜਿਹੜੇ ਕਨਸੈਪਟ ਦੇ ਰਚਨਹਾਰਾਂ ਨੇ ਉਹਨਾਂ ਦੇ ਨਾਮ ਦਿੱਤੇ ਗਏ ਨੇ ਅਤੇ ਨੀਚੇ ਵਿਕਲਪ ਨੇ। ਇਹਨਾਂ ਵਿਕਲਪਾਂ ਦੇ ਵਿੱਚੋਂ ਵਿਕਲਪ ਨੰਬਰ 4 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਅੰਤਰ ਪਾਠਾਤਮਕਤਾ, ਜੂਲੀਆ ਕ੍ਰਿਸਤੋਵਾ, ਮਿੱਥ ਅਤੇ ਅਰਥ, ਰੋਲਾਂ ਬਾਰਤ, ਗਿਆਨ ਅਤੇ ਸੱਤਾ, ਮਿਸ਼ੇਲ ਫੂਕੋ, ਦੂਜੈਲਾ, ਕਲਾਉਡ ਲੈਵੀ ਸਟਰਾਸ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ। ਪੰਜਾਬੀ ਨਾਟ ਰਚਨਾਵਾਂ ਦਾ ਸਹੀ ਕਾਲ ਕ੍ਰਮ। ਨੀਚੇ ਨਾਟਕ ਦਿੱਤੇ ਗਏ ਨੇ ਜਿਨ੍ਹਾਂ ਦਾ ਕਿ ਸਹੀ ਕਾਲ ਕ੍ਰਮ ਲਿਖਣਾ ਹੈ। ਨੀਚੇ ਵਿਕਲਪ ਨੇ ਅਤੇ ਇਹਨਾਂ ਵਿਕਲਪਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਸਭ ਤੋਂ ਪਹਿਲਾਂ ਨਾਟ ਰਚਨਾਵਾਂ ਵਿੱਚੋਂ ਨਿਜ਼ਾਮ ਸਕਾ, ਫਿਰ ਪਾਗਲ ਲੋਕ, ਉਸ ਤੋਂ ਬਾਅਦ ਪਰੀਆਂ ਅਤੇ ਅੰਤਿਮ ਦੇ ਵਿੱਚ ਅਭਿਸਾਰਿਕਾ ਨਾਟਕ ਸਹੀ ਕਾਲਕ੍ਰਮ ਜੋ ਕਿ ਬਣਦਾ ਹੈ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ। ਨੌਰਾ ਰਿਚਰਡ ਰੰਗਮੰਚ ਨਾਟ ਮੰਡਲੀ ਦੇ ਸੰਸਥਾਪਕ ਹਨ। ਨੀਚੇ ਆਪਸ਼ਨਾਂ ਹਨ। ਇਹਨਾਂ ਆਪਸ਼ਨਾਂ ਦੇ ਵਿੱਚੋਂ ਦਵਿੰਦਰ ਦਮਨ ਬਿਲਕੁਲ ਸਹੀ ਉੱਤਰ ਹੈ। ਆਪਸ਼ਨ ਨੰਬਰ 2 ਨੌਰਾ ਰਿਚਰਡ ਰੰਗਮੰਚ ਨਾਟ ਮੰਡਲੀ ਦੇ ਸੰਸਥਾਪਕ ਦਵਿੰਦਰ ਦਮਨ ਹਨ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ। ਕਿਹੜੇ ਕਥਨ ਵਧੇਰੇ ਉਚਿਤ ਹਨ? ਪਹਿਲਾਂ ਆਪਾਂ ਕਥਨ ਪੜ੍ਹਦੇ ਹਾਂ। ਕਥਨ A, ਬਹੁ ਸੱਭਿਆਚਾਰਕਵਾਦ ਦਾ ਉਦੇਸ਼ ਵਿਭਿੰਨ ਨਸਲੀ ਅਤੇ ਸੱਭਿਆਚਾਰਕ ਸਮੂਹਾਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ। ਕਥਨ B, ਬਹੁ ਸੱਭਿਆਚਾਰਵਾਦ ਵਿੱਚ ਮੁੱਖ ਧਾਰਾਈ ਸਮੂਹਾਂ ਨੂੰ ਜ਼ਿਆਦਾ ਮਹੱਤਵ ਪ੍ਰਦਾਨ ਕੀਤਾ ਜਾਂਦਾ ਹੈ। ਕਥਨ C, ਬਹੁ ਸੱਭਿਆਚਾਰਵਾਦ ਸੱਭਿਆਚਾਰਕ ਢਾਂਚੇ ਦਾ ਹੀ ਇੱਕ ਆਦਰਸ਼ਕ ਰੂਪ ਹੈ। ਕਥਨ D, ਬਹੁ ਸੱਭਿਆਚਾਰਵਾਦ ਵਿੱਚ ਕਿਸੇ ਵੀ ਵਿਅਕਤੀ ਸਮੂਹ ਨੂੰ ਘੱਟ ਮਹੱਤਵਪੂਰਨ ਨਹੀਂ ਸਮਝਿਆ ਜਾਂਦਾ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਹਨ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਕਥਨ A ਅਤੇ D ਬਿਲਕੁਲ ਸਹੀ ਹਨ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ। ਸਰਮਦ ਸਹਿਬਾਈ ਦੇ ਨਾਟਕਾਂ ਦਾ ਸਹੀ ਜੁੱਟ। ਨੀਚੇ ਨਾਟਕ ਦਿੱਤੇ ਗਏ ਹਨ। ਇਹਨਾਂ ਵਿੱਚੋਂ ਸਰਮਦ ਸਹਿਬਾਈ ਦੇ ਨਾਟਕਾਂ ਦਾ ਜੋ ਕਿ ਸਹੀ ਜੁੱਟ ਪਹਿਚਾਣਦਾ ਹੈ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 3 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਪੰਜਵਾਂ ਚਿਰਾਗ, ਤੂੰ ਕੌਣ ਸਰਮਦ ਸਹਿਬਾਈ ਦੇ ਨਾਟਕਾਂ ਦਾ ਸਹੀ ਜੁੱਟ ਹੈ। ਅਗਲਾ ਸਵਾਲ ਕਥਨ ਦੇ ਕਾਰਨ ਵਾਲਾ ਹੈ। ਪਹਿਲਾਂ ਆਪਾਂ ਕਥਨ ਪੜ੍ਹਦੇ ਹਾਂ। ਪੂਰਨ ਸਿੰਘ ਦੀ ਕਾਵਿ ਰਚਨਾ ਵਿੱਚ ਛੰਦਬੱਧਤਾ ਦਾ ਹੋਣਾ ਜ਼ਰੂਰੀ ਨਹੀਂ ਮੰਨਿਆ ਗਿਆ, ਪਰ ਫਿਰ ਵੀ ਉਸ ਦੀ ਕਵਿਤਾ ਵਿੱਚ ਤੁਕਾਂਤ ਲੈ ਮੌਜੂਦ ਹਨ। ਕਾਰਨ ਇਸ ਦਾ ਭਾਵ ਇਹ ਹੈ ਕਿ ਕਾਵਿ ਰਚਨਾ ਛੰਦ ਤੁਕਾਂਤ ਲੈ ਤੋਂ ਬਿਨਾਂ
ਹੋ ਹੀ ਨਹੀਂ ਸਕਦੀ। ਨੀਚੇ ਆਪਸ਼ਨ ਦਿੱਤੇ ਗਏ ਹਨ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਕਥਨ ਬਿਲਕੁਲ ਸਹੀ ਹੈ, ਪਰ ਜੋ ਉਸ ਦਾ ਕਾਰਨ ਹੈ ਉਹ ਬਿਲਕੁਲ ਗਲਤ ਹੈ। ਅਗਲਾ ਸਵਾਲ ਖੋਜ ਨਾਲ ਸੰਬੰਧਿਤ ਹੈ। ਸੰਪਾਦਿਤ ਕਿਤਾਬ ਵਿੱਚ ਦਰਜ ਖੋਜ ਪੱਤਰ ਦਾ ਹਵਾਲਾ ਦੇਣ ਦੀ ਠੀਕ ਵਿਧੀ ਹੈ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਹਨ ਅਤੇ ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਹੈ। ਸੰਪਾਦਿਤ ਕਿਤਾਬ ਵਿੱਚ ਦਰਜ ਖੋਜ ਪੱਤਰ ਦਾ ਹਵਾਲਾ ਦੇਣ ਲਈ ਜੋ ਠੀਕ ਵਿਧੀ ਬਣਦੀ ਹੈ ਉਹ ਇਸ ਪ੍ਰਕਾਰ ਹੈ। ਖੋਜ ਪੱਤਰ, ਲੇਖਕ, ਖੋਜ ਪੱਤਰ, ਸਿਰਲੇਖ, ਉਸ ਤੋਂ ਬਾਅਦ ਕਿਤਾਬ ਦਾ ਨਾਂ, ਫਿਰ ਸੰਪਾਦਕ, ਫਿਰ ਪ੍ਰਕਾਸ਼ਕ ਵੇਰਵਾ, ਪ੍ਰਕਾਸ਼ਕ ਸਨ ਅਤੇ ਅਖੀਰ ਵਿੱਚ ਪੰਨਾ ਨੰਬਰ ਆਉਂਦਾ ਹੈ। ਅਗਲਾ ਸਵਾਲ ਤੁਹਾਡੀ ਸਕਰੀਨ 'ਤੇ ਸੀਰੀ ਰਾਗ ਵਿੱਚ ਰਚੀਆਂ ਵਿਸ਼ੇਸ਼ ਬਾਣੀਆਂ ਹਨ। 4 ਆਪਸ਼ਨਾਂ ਦਿੱਤੀਆਂ ਗਈਆਂ ਹਨ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 3 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਪਹਿਰੇ ਅਤੇ ਵਣਜਾਰੇ ਸੀਰੀ ਰਾਗ ਵਿੱਚ ਰਚੀਆਂ ਵਿਸ਼ੇਸ਼ ਬਾਣੀਆਂ ਹਨ। ਅਗਲਾ ਸਵਾਲ ਤੁਹਾਡੀ ਸਕਰੀਨ 'ਤੇ ਪੀਲੂ ਦੇ ਕਿੱਸੇ ਮਿਰਜ਼ਾ ਸਾਹਿਬਾ ਵਿੱਚ ਦੁਖਾਂਤ ਵਾਪਰਨ ਦਾ ਸਮਾਜਿਕ ਕਾਰਨ ਹੈ। ਆਪਸ਼ਨਾਂ ਦਿੱਤੀਆਂ ਗਈਆਂ ਹਨ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਹੈ, ਜਿਸ ਵਿੱਚ ਵਿਅਕਤੀ ਅਤੇ ਸਮਾਜ ਦਾ ਟਕਰਾਓ ਪੀਲੂ ਦੇ ਕਿੱਸੇ ਮਿਰਜ਼ਾ ਸਾਹਿਬਾ ਵਿੱਚ ਦੁਖਾਂਤ ਵਾਪਰਨ ਦਾ ਸਮਾਜਿਕ ਕਾਰਨ ਬਣਦਾ ਹੈ। ਵਿਅਕਤੀ ਅਤੇ ਸਮਾਜ ਦਾ ਟਕਰਾਓ, ਆਪਸ਼ਨ ਨੰਬਰ 2 ਬਿਲਕੁਲ ਸਹੀ ਉੱਤਰ ਹੈ ਇਸ ਸਵਾਲ ਦਾ। ਅਗਲਾ ਸਵਾਲ ਵੀ ਕਥਨ ਵਾਲਾ ਹੈ, ਜਿਹਦੇ ਵਿੱਚ ਕਥਨ ਦਿੱਤੇ ਗਏ ਹਨ। ਇਹਨਾਂ ਵਿੱਚ ਪਹਿਚਾਣਨਾ ਹੈ ਕਿ ਕਿਹੜੇ ਕਥਨ ਵਧੇਰੇ ਸਹੀ ਹਨ। ਕਥਨ ਪੜ੍ਹਦੇ ਹਾਂ। ਕਥਨ A, ਸਮਕਾਲੀ ਪ੍ਰਵਾਸ ਪਿੱਛੇ ਮਹਿਜ਼ ਆਰਥਿਕ ਕਾਰਨ ਨਹੀਂ ਹਨ। ਕਥਨ B, ਸਮਕਾਲੀ ਪ੍ਰਵਾਸ ਨੂੰ ਸਮਝਣ ਲਈ ਸੱਭਿਆਚਾਰਕ ਸੰਦਰਭ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਕਥਨ C, ਸਮਕਾਲੀ ਪ੍ਰਵਾਸ ਦੇ ਪਿਛੋਕੜ ਵਿੱਚ ਪੰਜਾਬ ਸੰਕਟ ਦੀ ਕੋਈ ਭੂਮਿਕਾ ਨਹੀਂ। ਕਥਨ D, ਸਮਕਾਲੀ ਪ੍ਰਵਾਸ ਦਾ ਪੰਜਾਬ ਦੀ ਰਾਜਨੀਤਿਕ ਵਿਵਸਥਾ ਨਾਲ ਕੋਈ ਸੰਬੰਧ ਨਹੀਂ ਹੈ। ਨੀਚੇ ਵਿਕਲਪ ਦਿੱਤੇ ਗਏ ਹਨ। ਇਹਨਾਂ ਵਿਕਲਪਾਂ ਦੇ ਵਿੱਚ ਵਿਕਲਪ ਨੰਬਰ 1 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਕਥਨ A ਅਤੇ B ਬਿਲਕੁਲ ਸਹੀ ਹਨ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ ਸਵੈ ਜੀਵਨੀ ਰੂਪ ਦੇ ਅਨਿਵਾਰੀ ਤੱਤ ਹਨ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਹਨ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਉੱਤਰ ਹੈ, ਜਿਸ ਦੇ ਆਧਾਰ 'ਤੇ ਬਿਰਤਾਂਤ, ਵਿਸ਼ਲੇਸ਼ਣ, ਸਵੈ ਬਿੰਬ ਸਵੈ ਜੀਵਨੀ ਰੂਪ ਦੇ ਅਨਿਵਾਰੀ ਤੱਤ ਹਨ। ਕਰਤਾਰ ਸਿੰਘ ਦੁੱਗਲ ਦੇ ਨਾਟਕ 100 ਦਾ ਰੂਪਾਕਾਰ ਹੈ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਹਨ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 4 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਕਰਤਾਰ ਸਿੰਘ ਦੁੱਗਲ ਦੇ ਨਾਟਕ 100 ਦਾ ਰੂਪਾਕਾਰ ਜੋ ਹੈ ਉਹ ਹੈ ਇੱਕ ਪਾਤਰੀ ਨਾਟਕ। 100 ਇੱਕ ਪਾਤਰੀ ਨਾਟਕ ਹੈ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ ਕਿਸ ਆਚਾਰੀਆ ਨੇ ਰਸ ਨਿਸ਼ਪੱਤੀ ਲਈ ਅਭਿਵਿਅਕਤੀਵਾਦ ਦਾ ਸਿਧਾਂਤ ਪੇਸ਼ ਕੀਤਾ। ਨੀਚੇ ਆਪਸ਼ਨਾਂ ਹਨ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਰਸ ਨਿਸ਼ਪੱਤੀ ਲਈ ਅਭਿਵਿਅਕਤੀਵਾਦ ਦਾ ਸਿਧਾਂਤ ਅਭਿਨਵ ਗੁਪਤ ਨੇ ਦਿੱਤਾ। ਸਾਡਾ ਅਗਲਾ ਸਵਾਲ ਲੋਕਧਾਰਾ ਦਾ ਕਿਰਿਆਤਮਕ ਰੂਪ ਹੈ। ਇਹਨਾਂ ਵਿੱਚੋਂ 4 ਆਪਸ਼ਨਾਂ ਵਿੱਚੋਂ ਜੋ ਕਿ ਸਹੀ ਉੱਤਰ ਹੈ ਉਹ ਹੈ ਆਪਸ਼ਨ ਨੰਬਰ 4, ਜਿਸ ਅਨੁਸਾਰ ਲੋਕਧਾਰਾ ਦਾ ਕਿਰਿਆਤਮਕ ਰੂਪ ਲੋਕ ਵਿਸ਼ਵਾਸ ਹੈ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ ਪ੍ਰਵਾਸੀ ਪੰਜਾਬੀ ਕਹਾਣੀਕਾਰ ਹਨ। ਨੀਚੇ ਕਹਾਣੀਕਾਰਾਂ ਦੇ ਨਾਮ ਦਿੱਤੇ ਗਏ ਹਨ। ਇਹਨਾਂ ਵਿੱਚੋਂ ਸਾਨੂੰ ਪ੍ਰਵਾਸੀ ਕਹਾਣੀਕਾਰ ਪਹਿਚਾਣਦੇ ਹਨ। ਵਿਕਲਪਾਂ ਦੇ ਵਿੱਚੋਂ ਵਿਕਲਪ ਨੰਬਰ 2 ਬਿਲਕੁਲ ਸਹੀ ਹੈ, ਜਿਸ ਅਨੁਸਾਰ ਪ੍ਰਵਾਸੀ ਪੰਜਾਬੀ ਕਹਾਣੀਕਾਰ ਐਨ ਕੌਰ, ਸ਼ਿਵਚਰਨ ਸਿੰਘ ਗਿੱਲ, ਸੰਤੋਖ ਧਾਲੀਵਾਲ, ਜਗਜੀਤ ਸਿੰਘ ਬਰਾੜ, ਤਰਸੇਮ ਨੀਲਗਿਰੀ, ਸਾਥੀ ਲੁਧਿਆਣਵੀ ਪ੍ਰਵਾਸੀ ਪੰਜਾਬੀ ਕਹਾਣੀਕਾਰ ਹਨ। ਸਾਡਾ ਅਗਲਾ ਸਵਾਲ ਆਧੁਨਿਕ ਕਾਲ ਦੀ ਪੰਜਾਬੀ ਵਾਰਤਕ ਰਚਨਾ ਦੇ ਮੁੱਖ ਲੱਛਣ ਹਨ। ਸਮਾਜਿਕ ਤੇ ਦੈਨਿਕ ਵਿਵਹਾਰ, ਸੰਪਰਦਾਇਕ
ਭਾਵਨਾਵਾਂ, ਉਪਦੇਸ਼ ਅਤੇ ਨਿਰਦੇਸ਼, ਧਰਮ ਨਿਰਪੇਖ ਜੀਵਨ। ਇਹਨਾਂ ਵਿੱਚੋਂ ਸਾਨੂੰ ਪਹਿਚਾਣ ਕਰਨੀ ਹੈ ਕਿ ਆਧੁਨਿਕ ਕਾਲ ਦੀ ਪੰਜਾਬੀ ਵਾਰਤਕ ਰਚਨਾ ਦੇ ਮੁੱਖ ਲੱਛਣ ਕਿਹੜੇ ਹਨ। ਨੀਚੇ ਵਿਕਲਪ ਦਿੱਤੇ ਗਏ ਹਨ। ਇਹਨਾਂ ਵਿਕਲਪਾਂ ਦੇ ਵਿੱਚੋਂ ਵਿਕਲਪ ਨੰਬਰ 2 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਸਮਾਜ ਤੇ ਦੈਨਿਕ ਵਿਵਹਾਰ, ਧਰਮ ਨਿਰਪੇਖ ਜੀਵਨ ਆਧੁਨਿਕ ਕਾਲ ਦੀ ਪੰਜਾਬੀ ਵਾਰਤਕ ਰਚਨਾ ਦੇ ਮੁੱਖ ਲੱਛਣ ਹਨ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ ਤੇ, ਕਹਾਣੀ ਅਤੇ ਉਸਦੇ ਪਾਤਰ ਦਾ ਸਹੀ ਜੁੱਟ ਨਹੀਂ ਹੈ। ਸਹੀ ਜੁੱਟ ਨਹੀਂ ਹੈ ਉਹ ਪਹਿਚਾਣਨਾ ਹੈ। ਨਿਚਲੀਆਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 4 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਹਲਵਾ ਸਿਬੋ ਕਹਾਣੀ ਅਤੇ ਉਸਦੇ ਪਾਤਰ ਦਾ ਸਹੀ ਜੁੱਟ ਨਹੀਂ ਹੈ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ ਤੇ, ਹਾਸ਼ਮ ਸ਼ਾਹ ਦੇ ਕਿੱਸੇ ਹਨ। ਨੀਚੇ ਕਿੱਸਿਆਂ ਦੇ ਨਾਂ ਦਿੱਤੇ ਗਏ ਹਨ ਅਤੇ ਉਸ ਤੋਂ ਅਗਲੀ ਰੋਅ ਦੇ ਵਿੱਚ ਵਿਕਲਪ ਦਿੱਤੇ ਗਏ ਹਨ। ਇਹਨਾਂ ਵਿਕਲਪਾਂ ਦੇ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਹਾਸ਼ਮ ਸ਼ਾਹ ਦੇ ਕਿੱਸੇ ਜੋ ਬਣਦੇ ਹਨ ਉਹ ਹਨ ਸੱਸੀ ਪੁੰਨੂ, ਸੋਹਣੀ ਮਹੀਵਾਲ, ਸ਼੍ਰੀ ਫਰਹਾਦ। ਹਾਸ਼ਮ ਸ਼ਾਹ ਦੇ ਕਿੱਸੇ ਹਨ। ਅਨੁਵਾਦਕ ਪੁਸਤਕ ਮੇਰਾ ਦਾਗਿਸਤਾਨ ਭਾਗ ਪਹਿਲਾ ਦਾ ਅਨੁਵਾਦਕ ਹੈ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ, ਜਿਸ ਅਨੁਸਾਰ ਗੁਰੂ ਬਖਸ਼ ਸਿੰਘ ਨੇ ਮੇਰਾ ਦਾਗਿਸਤਾਨ ਭਾਗ ਪਹਿਲਾ ਦਾ ਅਨੁਵਾਦ ਕੀਤਾ ਹੈ। ਸਾਡਾ ਅਗਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ, ਜੀਵ ਦੀ ਸਥਿਤੀ ਮੁਤਾਬਕ ਪੰਜਾਬੀ ਦੇ ਵਿਚਕਾਰਲੇ ਸਵਰ ਹਨ। ਨੀਚੇ ਸਵਰ ਦਿੱਤੇ ਗਏ ਹਨ ਅਤੇ ਉਸ ਤੋਂ ਨੀਚੇ ਵਿਕਲਪ ਦਿੱਤੇ ਗਏ ਹਨ। ਇਹਨਾਂ ਵਿਕਲਪਾਂ ਦੇ ਵਿੱਚੋਂ ਵਿਕਲਪ ਨੰਬਰ 1 ਬਿਲਕੁਲ ਸਹੀ ਹੈ, ਜਿਸ ਅਨੁਸਾਰ BCD ਨੰਬਰ 'ਤੇ ਆਉਣ ਵਾਲੇ ਸਵਰ ਪੰਜਾਬੀ ਦੇ ਵਿਚਕਾਰਲੇ ਸਵਰ ਮੰਨੇ ਜਾਂਦੇ ਹਨ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ ਤੇ, ਇਹ ਸੂਚੀ ਵਾਲਾ ਸਵਾਲ ਹੈ ਜਿਸ ਦਾ ਕਿ ਸਹੀ ਮਿਲਾਨ ਕਰਨਾ ਹੋਵੇਗਾ। ਪਹਿਲੀ ਸੂਚੀ ਵਿੱਚ ਨਿਬੰਧ ਦੀਆਂ ਕਿਸਮਾਂ ਦਿੱਤੀਆਂ ਗਈਆਂ ਹਨ ਅਤੇ ਉਸ ਦੇ ਬਿਲਕੁਲ ਸਾਹਮਣੇ ਦੂਜੀ ਸੂਚੀ ਵਿੱਚ ਨਿਬੰਧਕਾਰਾਂ ਦੇ ਨਾਮ ਹਨ ਅਤੇ ਨੀਚੇ ਵਿਕਲਪ ਦਿੱਤੇ ਗਏ ਹਨ। ਇਹਨਾਂ ਵਿਕਲਪਾਂ ਦੇ ਵਿੱਚੋਂ ਵਿਕਲਪ ਨੰਬਰ 3 ਬਿਲਕੁਲ ਸਹੀ ਹੈ, ਜਿਸ ਦੇ ਆਧਾਰ 'ਤੇ ਸਦਾਚਾਰਕ ਨਿਬੰਧ ਗੁਰਬਖਸ਼ ਸਿੰਘ, ਖੋਜ ਪ੍ਰਧਾਨ ਨਿਬੰਧ ਬਲਵੀਰ ਸਿੰਘ, ਸਾਹਿਤਕ ਨਿਬੰਧ ਤੇਜਾ ਸਿੰਘ ਅਤੇ ਵਿਅੰਗਾਤਮਕ ਨਿਬੰਧ ਹਰਿੰਦਰ ਸਿੰਘ ਰੂਪ ਦੇ ਹਿੱਸੇ ਆਏ ਹਨ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ ਤੇ, ਡਾਕਟਰ ਸਤੀਸ਼ ਕੁਮਾਰ ਵਰਮਾ ਅਨੁਸਾਰ ਪੰਜਾਬੀ ਨਾਟਕ ਵਿੱਚ ਨਾਰੀ ਪ੍ਰਸਤੁਤੀ ਦੇ 3 ਧਰਾਤਲ ਰਹੇ ਹਨ। ਨੀਚੇ ਆਪਸ਼ਨਾਂ ਹਨ ਨਾਰੀ ਸੰਵੇਦਨਾ, ਨਾਰੀ ਵੇਦਨਾ, ਨਾਰੀ ਚੇਤਨਾ, ਨਾਰੀਵਾਦ, ਨਾਰੀ ਉਤਪੀੜਨ ਅਤੇ ਨੀਚੇ ਵਿਕਲਪ ਦਿੱਤੇ ਗਏ ਹਨ। ਇਹਨਾਂ ਵਿਕਲਪਾਂ ਦੇ ਵਿੱਚੋਂ ਇੱਕ ਵਿਕਲਪ ਚੁਣਨਾ ਹੋਵੇਗਾ ਜੋ ਕਿ ਸਹੀ ਵਿਕਲਪ ਹੈ, ਉਹ ਹੈ ਆਪਸ਼ਨ ਨੰਬਰ 1, ਜਿਸ ਅਨੁਸਾਰ ਨਾਰੀ ਸੰਵੇਦਨਾ, ਨਾਰੀ ਚੇਤਨਾ, ਨਾਰੀਵਾਦ। ਡਾਕਟਰ ਸਤੀਸ਼ ਕੁਮਾਰ ਵਰਮਾ ਅਨੁਸਾਰ ਪੰਜਾਬੀ ਨਾਟਕ ਵਿੱਚ ਨਾਰੀ ਪ੍ਰਸਤੁਤੀ ਦੇ 3 ਧਰਾਤਲ ਰਹੇ ਹਨ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ ਤੇ, ਇਹ ਵੀ ਸੂਚੀ ਵਾਲਾ ਸਵਾਲ ਹੈ, ਜਿਸ ਦੇ ਕਿ ਪਹਿਲੀ ਸੂਚੀ ਵਿੱਚ ਸਾਹਿਤਕਾਰਾਂ ਦੇ ਨਾਮ ਦਿੱਤੇ ਗਏ ਹਨ ਅਤੇ ਉਸ ਦੇ ਬਿਲਕੁਲ ਸਾਹਮਣੇ ਵਾਲੀ ਸੂਚੀ ਵਿੱਚ ਲਿਖਤਾਂ ਦੇ ਨਾਮ ਦਿੱਤੇ ਗਏ ਹਨ ਅਤੇ ਨੀਚੇ ਵਿਕਲਪ ਦਿੱਤੇ ਗਏ ਹਨ। ਇਹਨਾਂ ਵਿਕਲਪਾਂ ਵਿੱਚੋਂ ਸਹੀ ਵਿਕਲਪ ਜੋ ਬਣਦਾ ਹੈ ਉਹ ਹੈ ਵਿਕਲਪ ਨੰਬਰ 4, ਜਿਸ ਅਨੁਸਾਰ ਨਸਰੀਨ ਅੰਜਮ ਪੱਟੀ ਦਾ ਜੋ ਸਬੰਧ ਹੈ ਉਹ ਨੀਲ ਕਰਾਈਆਂ ਨੀਲਕਾਂ, ਆਇਸ਼ਾ ਅਸਲਮ ਦਾ ਸਬੰਧ ਕੱਖ ਤੇ ਕਾਨੇ, ਨੀਲਮ ਸਰਵਰ ਦਾ ਸਬੰਧ ਚਾਨਣ ਕਿੱਥੇ ਹੋਇਆ, ਸਈਦਾ ਰਿਸ਼ਮ ਦਾ ਸਬੰਧ ਭਿੱਜੀਆਂ ਪਲਕਾਂ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ ਤੇ, ਵਾਰ ਦੇ ਅਨਿਵਾਰੀ ਤੱਤ ਹਨ। ਦੁਬਿਧਾ, ਪੌੜੀ, ਮਹਾਤਮ, ਮੰਗਲਾਚਰਨ, ਸਧਾਰਨ, ਨਾਇਕ ਇਹ ਆਪਸ਼ਨਾਂ ਦੇ ਹਨ। ਨੀਚੇ ਵਿਕਲਪ ਦਿੱਤੇ ਗਏ ਹਨ। ਇਹਨਾਂ ਵਿਕਲਪਾਂ ਅਨੁਸਾਰ ਜੋ ਸਹੀ ਵਿਕਲਪ ਬਣਦਾ ਹੈ ਉਹ ਹੈ ਵਿਕਲਪ ਨੰਬਰ 1,
ਜਿਸ ਦੇ ਆਧਾਰ 'ਤੇ ਵਾਰ ਦੇ ਅਨਿਵਾਰੇ ਤੱਤ ਜੋ ਬਣਦੇ ਹਨ ਉਹ ਹਨ ਪੌੜੀ, ਮਹਾਤਮ, ਮੰਗਲਾਚਾਰ। ਸਾਡਾ ਅਗਲਾ ਸਵਾਲ ਤੁਹਾਡੀ ਸਕਰੀਨ 'ਤੇ, ਸੁਰਜੀਤ ਪਾਤਰ ਦੀ ਕਾਵਿ ਰਚਨਾ ਦੇ ਮੁੱਖ ਸਰੋਕਾਰ ਹਨ। ਨੀਚੇ ਆਪਸ਼ਨਾਂ ਦਿੱਤੀਆਂ ਗਈਆਂ ਹਨ। ਇਹਨਾਂ ਆਪਸ਼ਨਾਂ ਦੇ ਵਿੱਚੋਂ ਆਪਸ਼ਨ ਨੰਬਰ 2 ਬਿਲਕੁਲ ਸਹੀ ਉੱਤਰ ਹੈ, ਜਿਸ ਅਨੁਸਾਰ ਇਤਿਹਾਸਕ ਸੋਝੀ, ਮਾਤ ਭਾਸ਼ਾ ਚੇਤਨਾ, ਲੋਕਧਾਰਾਈ ਬੋਧ ਸੁਰਜੀਤ ਪਾਤਰ ਦੀ ਕਾਵਿ ਰਚਨਾ ਦੇ ਮੁੱਖ ਸਰੋਕਾਰ ਜੋ ਬਣਦੇ ਹਨ। ਸੋ ਦੋਸਤੋ, ਪ੍ਰੋਗਰਾਮ ਦੀ ਇਸ ਲੜੀ ਵਿੱਚ ਅਸੀਂ 51 ਤੋਂ ਲੈ ਕੇ 90 ਤੱਕ ਸਵਾਲ ਡਿਸਕਸ ਕੀਤੇ ਹਨ ਜੋ ਨਵੰਬਰ 2020 UGC ਨੈਟ ਪੰਜਾਬੀ ਦੀ ਪ੍ਰੀਖਿਆ ਦੌਰਾਨ ਆਏ ਸੀ। ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗੀ। ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ। ਸ਼ੁਕਰੀਆ, ਮਿਹਰਬਾਨੀ।